ਕਨੈਕਟ FM ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। BC 'ਚ ਘਟਦੇ ਮਾਮਲਿਆਂ ਤੇ ਵੱਧਦੀ ਵੈਕਸੀਨ ਡਿਲੀਵਰੀ ਵਿਚਾਲੇ ਵੈਕਸੀਨ ਖੁਰਾਕਾਂ ਪ੍ਰਦਾਨ ਕਰਨ ਦੇ ਅੰਤਰ ਨੂੰ 8 ਹਫ਼ਤੇ ਕੀਤਾ। ਫਰੇਜ਼ਰ ਹੈਲਥ ਦੇ ਮੇਅਰ ਇੱਕ ਦੂਜੇ ਨੂੰ ਦੇ ਰਹੇ ਕਮਿਊਨਿਟੀ ਇਮਿਊਨਿਟੀ ਦੀ ਦੋਸਤਾਨਾ ਚੁਣੌਤੀ। ਕੁਐਸਚਨ ਪੀਰੀਅਡ ਵਿੱਚ ਕੰਜ਼ਰਵੇਟਿਵ ਲੀਡਰ ਨੇ ਚੁੱਕੇ ਰੈਪਿਡ ਟੈਸਟ ਤੇ ਸਵਾਲ। ਲਿਬਰਲਸ ਨੇ ਕਿਹਾ ਆਪਣੇ ਤੱਥਾਂ ਨੂੰ ਠੀਕ ਕਰਕੇ ਆਓ। ਅਮਰੀਕਾ ਨੇ ਚੁੱਕੀ ਕੋਵਿਡ-19 ਓਰੀਜਨ ਪਤਾ ਕਰਨ ਦੀ ਮੰਗ। ਟਰੂਡੋ ਨੇ ਜਤਾਈ ਸਹਿਮਤੀ। ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਕੋਵਿਡ-19 ਟੀਕਾ ਸੰਬੰਧੀ ਸਰਟੀਫਿਕੇਟ ਤੋਂ ਹਟਾਇਆ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। BC 'ਚ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੋਵਿਡ-19 ਦੀਆਂ ਦੋਵੇਂ ਖੁਰਾਕਾਂ ਵਿਚਾਲੇ ਦੇ ਸਮੇਂ ਦੇ ਫਰਕ ਨੂੰ ਘਟਾਇਆ ਜਾ ਰਿਹਾ ਹੈ। ਦੋਵਾਂ ਵੈਕਸੀਨ ਦੇ ਵਿਚਾਲੇ ਦੇ ਫਰਕ ਨੂੰ ਪਹਿਲਾਂ 16 ਹਫ਼ਤੇ ਤੇ ਰੱਖਿਆ ਗਿਆ ਸੀ, ਜਿਸ ਨੂੰ ਘਟਾ ਕੇ 8 ਹਫ਼ਤੇ ਕਰ ਦਿੱਤਾ ਗਿਆ ਹੈ। ਡਾਕਟਰ ਹੈਨਰੀ ਦਾ ਕਹਿਣਾ ਹੈ ਕਿ ਸੂਬੇ ਕੋਲ ਮੋਡਰਨਾ ਅਤੇ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀਆਂ ਇੰਨੀ ਗਿਣਤੀ ਵਿੱਚ ਵੈਕਸੀਨ ਉਪਲਬਧ ਹਨ ਕਿ ਹੁਣ ਵੈਕਸੀਨ ਖੁਰਾਕਾਂ ਵਿਚਾਲੇ ਦੇ ਫਰਕ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੀ ਰੁੱਤ ਦੇ ਅੰਤ ਤੱਕ ਵੈਕਸੀਨ ਹਾਸਲ ਕਰਨ ਦੇ ਐਲੀਜੀਬਲ ਸਾਰੇ ਲੋਕਾਂ ਨੂੰ ਵੈਕਸੀਨ ਹਾਸਲ ਹੋਣ ਦੀ ਉਮੀਦ ਹੈ। ਡਾਕਟਰ ਹੈਨਰੀ ਨੇ ਕਿਹਾ ਕਿ ਸੂਬੇ ਦੀ ਕੋਸ਼ਿਸ਼ ਹੋਵੇਗੀ ਕਿ ਲੋਕਾਂ ਨੂੰ ਪਹਿਲਾਂ ਹਾਸਲ ਕੀਤੀ ਗਈ ਵੈਕਸੀਨ ਦੇ ਹੀ ਬੂਸਟਰ ਸ਼ਾਟ ਹਾਸਲ ਹੋ ਸਕਣ। ਹਾਲਾਂਕਿ ਮੋਡਰਨਾ ਵੈਕਸੀਨ ਦੀ ਡਿਲੀਵਰੀ ਵਿੱਚ ਘਾਟ ਕਾਰਨ ਇਸ ਵੈਕਸੀਨ ਨੂੰ ਹਾਸਲ ਕਰਨ ਵਾਲੇ ਲੋਕਾਂ ਨੂੰ ਦੂਜਾ ਸ਼ਾਟ ਫਾਈਜ਼ਰ ਵੈਕਸੀਨ ਦਾ ਮਿਲ ਸਕਦਾ ਹੈ। If you had a Moderna vaccine first, that you can receive a Pfizer vaccine for your second dose. This is the approach that we will be taking. As much as possible, we are going to try and make sure everybody gets the second dose with the same product they had for their first dose. But we know that some issues with the shipments of Moderna might mean that people who received Moderna in one of the mass clinics, large community clinics, may be offered Pfizer for their dose 2. ਅੱਜ BC ਵਿੱਚ ਕੋਵਿਡ-19 ਦੇ 378 ਮਾਮਲੇ ਰਿਪੋਰਟ ਹੋਏ ਹੈ। ਦੁੱਖ ਦੀ ਗੱਲ ਸੀ ਕਿ 7 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,43,264 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1690 ਤੱਕ ਪਹੁੰਚ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 3574 ਤੱਕ ਪਹੁੰਚ ਗਈ ਹੈ। ਕੁੱਲ 286 ਲੋਕ ਹਸਪਤਾਲ 'ਚ ਦਾਖਲ ਤੇ ਇਸ 'ਚ 88 ਨੂੰ ICU 'ਚ ਰੱਖਿਆ ਗਿਆ। BC 'ਚ ਵੈਕਸੀਨ ਦੀਆਂ ਕੁੱਲ 30,32,811 ਖੁਰਾਕਾਂ ਪ੍ਰਦਾਨ ਹੋ ਚੁੱਕੀਆਂ। ਇਸ ਦੇ ਨਾਲ ਹੀ BC ਵਿੱਚ ਵੈਕਸੀਨ ਖੁਰਾਕਾਂ ਪ੍ਰਦਾਨ ਕੀਤੇ ਜਾਣ ਦੀ ਗਿਣਤੀ 3 ਮਿਲੀਅਨ ਦੇ ਅਹਿਮ ਅੰਕੜੇ ਦੇ ਪਾਰ ਪਹੁੰਚ ਗਈ ਹੈ। ਫਰੇਜ਼ਰ ਹੈਲਥ ਰੀਜਨ ਦੇ ਮੇਅਰਸ ਇੱਕ ਦੂਜੇ ਨੂੰ ਚੁਣੌਤੀ ਦੇ ਰਹੇ ਹੈ। ਹਾਲਾਂਕਿ ਇਹ ਚੁਣੌਤੀ ਦੋਸਤਾਨਾ ਅੰਦਾਜ਼ ਵਾਲੀ ਹੈ। ਇਹ ਚੁਣੌਤੀ ਫਰੇਜ਼ਰ ਹੈਲਥ ਇਲਾਕੇ ਵਿੱਚ ਕਮਿਊਨਿਟੀ ਇਮਿਊਨਿਟੀ ਨੂੰ ਲੈ ਕੇ ਦਿੱਤੀ ਜਾ ਰਹੀ ਹੈ। ਸੂਬੇ 'ਚ 12 ਸਾਲ ਅਤੇ ਉਸ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਵੈਕਸੀਨ ਹਾਸਲ ਕਰਨ ਦੀ ਐਲੀਜੀਬਿਲਿਟੀ ਹਾਸਲ ਹੋ ਚੁੱਕੀ ਹੈ। ਅਜਿਹੇ ਵਿੱਚ ਹੁਣ ਇਲਾਕੇ ਦੇ ਮੇਅਰ ਨਿਵਾਸੀਆਂ ਨੂੰ ਜਲਦੀ ਤੋਂ ਜਲਦੀ ਵੈਕਸੀਨ ਹਾਸਲ ਕਰਨ ਲਈ ਉਤਸ਼ਾਹਿਤ ਕਰਨਗੇ। ਫਰੇਜ਼ਰ ਹੈਲਥ ਨੇ ਇਸ ਦੋਸਤਾਨਾ ਚੁਣੌਤੀ ਦਾ ਸਵਾਗਤ ਵੀ ਕੀਤਾ ਹੈ। ਦਿਲਚਸਪੀ ਵਾਲੀ ਗੱਲ ਹੈ ਕਿ ਇਹਨਾਂ ਕਮਿਊਨਿਟੀਜ਼ ਦੀ ਸੂਚੀ ਵਿੱਚ ਸਰੀ ਦਾ ਨਾਮ ਸ਼ਾਮਲ ਨਹੀਂ ਹੈ। ਇਸ ਤੇ ਕਨੈਕਟ ਨਿਊਜ਼ ਨੂੰ ਜਵਾਬ ਦਿੰਦਿਆਂ ਮੇਅਰ ਡਗ ਮੈਕਲਮ ਦਾ ਕਹਿਣਾ ਸੀ ਕਿ ਉਹਨਾਂ ਦਾ ਧਿਆਨ ਇਲਾਕੇ ਵਿੱਚ ਵੈਕਸੀਨੇਸ਼ਨ ਕਲੀਨਿਕ ਸਥਾਪਿਤ ਕਰਨ ਤੇ ਹੈ। ਜਿਵੇਂ ਕਿ ਕੱਲ੍ਹ ਵੀ ਨਿਊਟਨ ਕਮਿਊਨਿਟੀ ਸੈਂਟਰ ਵਿੱਚ ਇੱਕ ਕਲੀਨਿਕ ਸਥਾਪਿਤ ਕੀਤਾ ਜਾ ਰਿਹਾ ਹੈ। ਵੈਨਕੂਵਰ ਪੁਲਿਸ ਨੇ ਸ਼ਹਿਰ ਵਿੱਚ ਵਾਪਰੀ ਸਾਲ ਦੀ 7ਵੀਂ ਕਤਲ ਦੀ ਵਾਰਦਾਤ ਦੇ ਪੀੜਤ ਦੀ ਪਛਾਣ ਕਰ ਲਈ ਹੈ। ਪੀੜਤ ਵਿਅਕਤੀ ਦੀ ਉਮਰ 59 ਸਾਲ ਸੀ ਅਤੇ ਉਸ ਦਾ ਨਾਮ ਰਿਚਰਡ ਵਿਲੀਅਮ ਹੂਪਰ ਦੱਸਿਆ ਗਿਆ। ਹੂਪਰ ਨੇ ਸੋਮਵਾਰ ਨੂੰ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। ਜੋਏ ਸਟਰੀਟ ਅਤੇ ਵਨੈਸ ਐਵਨਿਊ ਦੇ ਇਲਾਕੇ ਵਿੱਚ ਸਥਿਤ ਘਰ ਵਿੱਚ ਇਸ ਆਦਮੀ ਤੇ 22 ਮਈ ਨੂੰ ਚਾਕੂ ਨਾਲ ਹਮਲਾ ਹੋਇਆ ਸੀ। ਇਸ ਘਟਨਾ ਵਿੱਚ 38 ਸਾਲਾ ਰਾਜੇਸ਼ ਨਾਰਾਇਣ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਿਅਕਤੀ ਤੇ ਸੈਕੰਡ ਡਿਗਰੀ ਕਤਲ ਦੇ ਦੋਸ਼ ਲੱਗੇ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਦੇਸ਼ ਵਿੱਚ ਵੈਕਸੀਨ ਵੰਡ ਸੰਬੰਧੀ ਲੌਜਿਸਟਿਕਸ ਅਤੇ ਆਪਰੇਸ਼ਨਸ ਦੀ ਮੁਖੀ ਬਣਾਈ ਗਈ ਬ੍ਰਿਗੇਡੀਅਰ ਜਨਰਲ ਕ੍ਰਿਸਟਾ ਬਰੋਡੀ ਨੇ ਅੱਜ ਦੂਜੀ ਵਾਰ ਵੈਕਸੀਨ ਵੰਡ ਸੰਬੰਧੀ ਅਪਡੇਟ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਦੇਸ਼ ਵਿੱਚ ਕੋਵਿਡ-19 ਵੈਕਸੀਨ ਦੀਆਂ 26 ਮਿਲੀਅਨ ਖੁਰਾਕਾਂ ਪਹੁੰਚ ਚੁੱਕੀਆਂ। ਉਹਨਾਂ ਦੱਸਿਆ ਕਿ ਸਿਰਫ ਬੀਤੇ ਹਫ਼ਤੇ ਹੀ 5 ਮਿਲੀਅਨ ਤੋਂ ਵਧੇਰੇ ਵੈਕਸੀਨ ਖੁਰਾਕਾਂ ਦੇਸ਼ ਪਹੁੰਚੀਆਂ। ਉਹਨਾਂ ਦੱਸਿਆ ਕਿ ਮੋਡਰਨਾ ਨੇ ਬੀਤੇ ਹਫ਼ਤੇ 1 ਲੱਖ ਵਧੇਰੇ ਵੈਕਸੀਨ ਖੁਰਾਕਾਂ ਦੀ ਡਿਲੀਵਰੀ ਕੀਤੀ ਹੈ। ਜਾਣਕਾਰੀ ਦਿੱਤੀ ਗਈ ਕਿ ਫਾਈਜ਼ਰ ਬਾਇਓਐਨਟੈਕ ਦੀਆਂ ਜੂਨ 'ਚ ਪ੍ਰਤੀ ਹਫ਼ਤਾ 2.4 ਮਿਲੀਅਨ ਖੁਰਾਕਾਂ ਦੀ ਡਿਲੀਵਰੀ ਦੀ ਆਸ ਹੈ।
ਜੁਲਾਈ ਵਿੱਚ ਪ੍ਰਤੀ ਹਫ਼ਤਾ ਇਸ ਵੈਕਸੀਨ ਦੀਆਂ 2.3 ਮਿਲੀਅਨ ਖੁਰਾਕਾਂ ਪਹੁੰਚਣਗੀਆਂ। ਬ੍ਰਿਗੇਡੀਅਰ ਜਨਰਲ ਕ੍ਰਿਸਟਾ ਬਰੋਡੀ ਨੇ ਦੱਸਿਆ ਕਿ ਮੋਡਰਨਾ ਵੱਲੋਂ ਜੂਨ ਦੇ ਦੂਜੇ ਹਿੱਸੇ ਤੋਂ ਵੈਕਸੀਨ ਖੁਰਾਕਾਂ ਦੀ ਡਿਲੀਵਰੀ ਵਿੱਚ ਵਧੇਰੇ ਤੇਜ਼ੀ ਲਿਆਉਣ ਦੀ ਆਸ ਹੈ। Moderna shipped us an additional 100,000 doses with last week's shipment, doses that are currently being distributed, bringing this week's total to more than 700,000 doses. Looking ahead, we expect weekly shipments of 2.4 million Pfizer-BioNTech doses per week in June and close to 2.3 million doses weekly in July. ਅੱਜ ਕੁਐਸਚਨ ਪੀਰੀਅਡ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਨੇ ਸਵਾਲ ਕੀਤਾ ਕਿ ਤਾਇਵਾਨ ਅਤੇ ਯੂਕੇ 'ਚ ਰੈਪਿਡ ਟੈਸਟ ਪ੍ਰਕਿਰਿਆ ਵਿੱਚ ਨਵੇਂ ਮੁਕਾਮ ਹਾਸਲ ਕੀਤੇ ਜਾ ਰਹੇ ਹੈ ਪਰ ਕੈਨੇਡਾ 'ਚ ਅਜਿਹਾ ਨਹੀਂ ਹੋ ਰਿਹਾ। ਉਹਨਾਂ ਪੁੱਛਿਆ ਕਿ ਆਖਰ ਫੈਡਰਲ ਸਰਕਾਰ ਪੈਂਡੈਮਿਕ ਦੇ 1 ਸਾਲ ਤੋਂ ਵੀ ਵਧੇਰੇ ਸਮੇਂ ਵਿੱਚ ਰੈਪਿਡ ਟੈਸਟ ਪ੍ਰਕਿਰਿਆ ਨੂੰ ਵੱਡੇ ਪੱਧਰ ਤੇ ਲਾਗੂ ਕਰਨ ਵਿੱਚ ਨਾਕਾਮ ਕਿਉਂ ਹੋਈ ਹੈ। In Taiwan, rapid testing has been in place for over a year. In the UK, teenagers administer rapid tests themselves. But this government's contract with Switch Health has been a complete failure. After 15 months, why has this government failed on national rapid testing? ਇਸ ਤੇ ਜਵਾਬ ਦਿੰਦਿਆਂ ਦੇਸ਼ ਦੀ ਸਿਹਤ ਮੰਤਰੀ ਪੈਟੀ ਹਾਈਡੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਨੂੰ ਆਪਣੇ ਤੱਥਾਂ ਦੀ ਪੜਚੋਲ ਕਰ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਫੈਡਰਲ ਸਰਕਾਰ ਲਗਾਤਾਰ ਸੂਬਿਆਂ ਤੇ ਟੈਰੀਟੋਰੀਜ਼ ਨੂੰ ਇਸ ਪ੍ਰਕਿਰਿਆ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦੀ ਰਹੀ ਹੈ। ਉਹਨਾਂ ਕਿਹਾ ਕਿ ਛੋਟੇ ਅਤੇ ਮੱਧ ਆਕਾਰ ਦੇ ਵਪਾਰਾਂ ਲਈ ਵੀ ਰੈਪਿਡ ਟੈਸਟ ਉਪਲਬਧ ਹਨ। millions and millions of tests to provinces and territories so that they can deploy them quickly. And we encourage the provinces and territories to do so. We've also been working, Mr. Speaker, with many corporate partners to make sure that rapid tests are available to corporations, to small and medium-sized businesses. So there is a lot of work going on, Mr. Speaker, to make sure that rapid tests are deployed across this country. I would encourage the member opposite to check in with his premier colleagues to understand how these tests could be further deployed. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਸੱਦੇ ਨਾਲ ਸਹਿਮਤ ਹਨ ਕਿ ਕੋਵਿਡ-19 ਦੇ ਓਰੀਜਨ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕੋਸ਼ਿਸ਼ਾਂ ਨਾ ਸਿਰਫ ਜ਼ਿੰਮੇਵਾਰੀ ਤੈਅ ਕਰਨਗੀਆਂ ਪਰ ਇਸ ਲਈ ਵੀ ਜ਼ਰੂਰੀ ਹਨ ਕਿ ਅੱਗੇ ਲਈ ਕਿਸੇ ਪੈਂਡੈਮਿਕ ਤੋਂ ਵਿਸ਼ਵ ਨੂੰ ਕਿਵੇਂ ਬਚਾਉਣਾ ਹੈ ਇਸ ਨੂੰ ਬਿਹਤਰ ਸਮਝਿਆ ਜਾ ਸਕੇ। ਟਰੂਡੋ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਵੇਲੇ ਬਹੁਤ ਸਾਰੀਆਂ ਥਿਊਰੀਜ਼ ਤੇ ਗੱਲਬਾਤ ਹੋ ਰਹੀ ਹੈ ਪਰ ਉਹਨਾਂ ਕਿਹਾ ਕਿ ਬੇहद ਜ਼ਰੂਰੀ ਹੈ ਕਿ ਤੱਥਾਂ ਤੇ ਆਧਾਰਿਤ ਖੋਜ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਉਹਨਾਂ ਕਿਹਾ ਕਿ ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣ ਤੇ ਹੀ ਦੁਬਾਰਾ ਅਜਿਹੀ ਸਥਿਤੀ ਤੋਂ ਬਚਾਅ ਕੀਤਾ ਜਾ ਸਕੇਗਾ। ਯਾਦ ਰਹੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ US ਇੰਟੈਲੀਜੈਂਸ ਅਧਿਕਾਰੀਆਂ ਨੂੰ ਕੋਵਿਡ-19 ਦੇ ਓਰੀਜਨ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹੈ। I know there are a lot of theories out there, but we need to make sure we're getting to a full and complete airing of the facts to actually understand what happened and how to make sure it never happens again. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਟਾਲੀਅਨ ਕੈਨੇਡੀਅਨ ਭਾਈਚਾਰੇ ਨੇ ਆਪਣੇ ਮੋਢਿਆਂ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਇੰਟਰਨਮੈਂਟ ਦੀ ਬੇਇਨਸਾਫੀ ਵਾਲੀ ਨੀਤੀ ਦਾ ਭਾਰ ਚੁੱਕ ਕੇ ਰੱਖਿਆ ਹੈ। ਟਰੂਡੋ ਨੇ ਇਸ ਮਾਮਲੇ ਵਿੱਚ ਅੱਜ ਹਾਊਸ ਆਫ ਕਾਮਨਜ਼ ਵਿੱਚ ਇੱਕ ਰਸਮੀ ਮੁਆਫੀ ਮੰਗੀ। ਉਹਨਾਂ ਇਟਾਲੀਅਨ ਮੂਲ ਦੇ ਕੈਨੇਡੀਅਨ ਲੋਕਾਂ ਤੋਂ ਮੁਆਫੀ ਮੰਗੀ। ਉਹਨਾਂ ਦੱਸਿਆ ਕਿ 600 ਤੋਂ ਵਧੇਰੇ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਇੰਟਰਨਮੈਂਟ ਕੈਂਪਸ ਵਿੱਚ ਭੇਜਿਆ ਗਿਆ ਸੀ। 4 ਔਰਤਾਂ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜਿਆ ਗਿਆ ਸੀ। ਟਰੂਡੋ ਨੇ ਕਿਹਾ ਕਿ ਉਹਨਾਂ ਤੇ ਰਸਮੀ ਤੌਰ ਤੇ ਦੋਸ਼ ਨਹੀਂ ਲੱਗੇ ਸਨ। ਟਰੂਡੋ ਨੇ ਇਹ ਵੀ ਕਿਹਾ ਕਿ ਉਸ ਵੇਲੇ ਤੋਂ ਇਟਾਲੀਅਨ ਕੈਨੇਡੀਅਨਸ ਨੇ ਜੋ ਵੀ ਵਪਾਰ ਵਧਾਏ ਜਾਂ ਪ੍ਰਾਪਤੀਆਂ ਕੀਤੀਆਂ ਉਹ ਇਸ ਭਾਈਚਾਰੇ ਦਾ ਕੈਨੇਡਾ ਪ੍ਰਤੀ ਪਿਆਰ ਦਰਸਾਉਂਦੇ ਹਨ। Mr. Speaker, Signor Presidente, I rise in this House today to issue an official apology on behalf of Italian Canadians, on behalf of the Government of Canada, for the internment of Italian Canadians during the Second World War. ਕੈਲੀਫੋਰਨੀਆ ਦੇ ਸੈਨ ਹੋਜ਼ੇ ਵਿੱਚ ਮਾਸ ਸ਼ੂਟਿੰਗ ਦੀ ਘਟਨਾ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੁਣ ਘਟਨਾ 'ਚ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ। ਇਸ ਘਟਨਾ ਦੇ 9ਵੇਂ ਪੀੜਤ ਬਾਰੇ ਦੱਸਿਆ ਗਿਆ ਕਿ ਉਸਨੇ ਆਪਣੀ ਪਤਨੀ ਦੀਆਂ ਬਾਹਾਂ ਵਿੱਚ ਆਖਰੀ ਸਾਹ ਲਏ। ਪੀੜਤ ਦੀ ਪਛਾਣ ਐਲੈਕਸ ਫ੍ਰਿਚ ਵਜੋਂ ਹੋਈ ਹੈ। ਉਸ ਦੀ ਪਤਨੀ ਤਾਰਾ ਫ੍ਰਿਚ ਅਤੇ ਬੱਚੇ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਵਿੱਚ ਗੋਲੀ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਹਸਪਤਾਲ ਪਹੁੰਚੇ ਸੀ। ਦੱਸਿਆ ਗਿਆ ਕਿ ਐਲੈਕਸ ਅਤੇ ਤਾਰਾ 20 ਸਾਲ ਪਹਿਲਾਂ ਵਿਆਹੇ ਗਏ ਸਨ। ਯਾਦ ਰਹੇ ਇਸ ਘਟਨਾ ਵਿੱਚ ਹਮਲਾਵਰ ਬਾਰੇ ਦੱਸਿਆ ਗਿਆ ਹੈ ਕਿ ਉਸਨੇ ਖੁਦ ਨੂੰ ਗੋਲੀ ਮਾਰ ਲਈ ਸੀ। ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ
ਤਸਵੀਰ ਨੂੰ ਕੋਵਿਡ-19 ਟੀਕਾ ਲਵਾਉਣ ਵਾਲੇ ਲੋਕਾਂ ਨੂੰ ਜਾਰੀ ਟੀਕਾ ਸਰਟੀਫਿਕੇਟ ਤੋਂ ਹਟਾ ਦਿੱਤਾ ਹੈ। ਇਸ ਤਰ੍ਹਾਂ ਝਾਰਖੰਡ ਤੇ ਛੱਤੀਸਗੜ੍ਹ ਤੋਂ ਬਾਅਦ ਪੰਜਾਬ ਤੀਜਾ ਸੂਬਾ ਬਣ ਗਿਆ, ਜਿਸ ਨੇ ਨਰਿੰਦਰ ਮੋਦੀ ਦੀ ਤਸਵੀਰ ਨੂੰ ਵੈਕਸੀਨ ਸਰਟੀਫਿਕੇਟ ਤੋਂ ਹਟਾਉਣ ਦਾ ਫੈਸਲਾ ਲਿਆ। ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਦਾ ਮਿਸ਼ਨ ਹੁਣ ਸਿਰਫ ਮਿਸ਼ਨ ਫਤਿਹ ਦਾ ਲੋਗੋ ਹੈ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਇਹ ਕਦਮ ਰਾਜਨੀਤਿਕ ਨੇਤਾਵਾਂ ਵੱਲੋਂ ਵੈਕਸੀਨ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਹਟਾਉਣ ਦੀ ਮੰਗ ਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਚੁੱਕਿਆ ਹੈ।